ਲੋਰੀਆ ਦੁਲਹਨ ਲੈ ਕੇ ਨਸ ਗਿਆ ਤੇ ਦੁल्हा ਵਿਚਾਰਾ ਪਰੇਸ਼ਾਨ ਹੋ ਗਿਆ ਕਿ ਮੈਂ ਤੇ ਇਹ ਆਪੂ ਵੀ ਉਹਦੇ ਕੋਲ ਨਹੀਂ ਸੀ ਬੈਠਾ। ਘਰਦਿਆਂ ਨੂੰ ਇਹ ਪਰੇਸ਼ਾਨੀ ਸੀ ਕਿ ਅਸਾਂ ਇਤਨਾ ਜ਼ੇਵਰ ਪਾ ਦਿੱਤਾ, ਕੁੜੀ ਸਾਡਾ ਜ਼ੇਵਰ ਲੈ ਕੇ ਨਸ ਗਈ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਕਿਹਦੇ ਨਾਲ ਨਸੀ ਹੈ। ਜਵਾਨ ਕਹਿੰਦਾ ਮੈਂ ਤੇ ਯੂਰਪ ਉਹਨਾਂ ਤੇ ਇੱਕ ਫੈਕਟਰੀ ਕੰਮ ਕਰਨਾ, ਕਹਿੰਦਾ ਉੱਥੇ ਮੇਰੇ ਨਾਲ ਇੱਕ ਕੰਮ ਕਰਨ ਵਾਸਤੇ ਆਇਆ। ਉਹ ਲਾਹੌਰ ਦਾ ਸੀ, ਕਹਿੰਦਾ ਉਹਨੇ ਮੇਰੇ ਨਾਲ 1 ਸਾਲ ਕੰਮ ਕੀਤਾ। ਕੰਮ ਤੇ ਵੀ ਉਹ ਵੀ ਬੇਈਮਾਨੀਆਂ ਕਰਦਾ ਸੀ, ਮੈਂ ਤੇ ਇਮਾਨਦਾਰੀ ਨਾਲ ਕਰਦਾ ਸਾਂ। ਕਹਿੰਦਾ 1 ਸਾਲ ਬਾਅਦ ਉਹਨਾਂ ਛੁੱਟੀ ਕਰਾ ਦਿੱਤੀ। ਕਹਿੰਦਾ ਮੇਰੀ ਪਾਕਿस्तान ਦੀ ਤਿਆਰੀ ਸੀ, ਮੈਂ ਆਪਣੀ ਸ਼ੋਪਿੰਗ ਕਰਨ ਲੱਗਿਆ ਸਾਂ, ਅਚਾਨਕ ਮੈਨੂੰ ਉਹ ਮਿਲ ਗਿਆ। ਕਹਿੰਦਾ ਭਾਜੀ ਕਿੱਧਰ ਆਓ, ਤੁਹਾਨੂੰ ਕੋਈ ਕਾਫੀ ਵਗੈਰਾ ਪਿਲਾ। ਕਹਿੰਦਾ ਮੈਂ ਕਿਹਾ ਨਹੀਂ ਯਾਰ ਮੈਂ ਸ਼ੋਪਿੰਗ ਪਿਆ ਕਰਨਾ, ਮੈਂ ਪਾਕਿस्तान ਜਾਣਾ। ਕਿਹਾ ਨਹੀਂ ਕਾਫੀ ਤੁਹਾਨੂੰ ਮੈਂ ਪਿਲਾ ਕੇ ਛੱਡਣੀ ਹੈ। ਕਹਿੰਦਾ ਉਹਨੇ ਮੈਨੂੰ ਬਿਠਾਇਆ, ਕਾਫੀ ਪਿਲਾਈ ਮੈਨੂੰ। ਕਹਿੰਦਾ ਤੁਸੀਂ ਪਾਕਿस्तान ਜਾਣਾ, ਕਿਹੜੇ 에ਅਰਪੋਰਟ ਤੇ ਜਾਣਾ? ਮੈਂ ਦੱਸਿਆ ਕਿ ਇਸ ਤਰ੍ਹਾਂ ਮੈਂ ਲਾਹੌਰ ਜਾਣਾ। ਮੈਂ ਕਿਹਾ ਲਾਹੌਰ ਜਾਣਾ ਤੇ ਸਾਡੇ ਘਰ ਜ਼ਰੂਰ ਆਉਣਾ, ਮੇਰਾ ਛੋਟਾ ਭਾਈ ਆਵੇਗਾ ਉੱਥੇ ਤੁਹਾਨੂੰ ਮਿਲਣ ਵਾਸਤੇ, ਨਾਲੇ ਤੁਹਾਨੂੰ ਘਰ ਲੈ ਕੇ ਜਾਓ। ਉਹਨੇ ਕਿਹਾ ਨਹੀਂ ਯਾਰ ਮੇਰੇ ਕੋਲ ਤੇ ਇਤਨਾ ਟਾਈਮ ਹੀ ਨਹੀਂ ਹੈ, ਮੇਰੀ शादी ਦੀਆਂ ਤਿਆਰੀਆਂ ਹੋ ਰਹੀਆਂ। ਉਹਨੇ ਕਿਹਾ ਨਹੀਂ ਭਾਜੀ ਤੁਸੀਂ ਲਾਜ਼ਮੀ ਲਾਹੌਰ ਜਾਣਾ, ਨਾਲੇ ਮੈਂ ਤੁਹਾਨੂੰ ਕੋਈ ਥੋੜਾ ਜਿਹਾ ਸਮਾਨ ਦੇ ਕੇ ਟੋਰਾਂਗਾ, ਉਹ ਵੀ ਤੁਸੀਂ ਘਰ ਖਾਣਾ। ਕਹਿੰਦਾ ਮੈਂ ਕਿਹਾ ਚੱਲ ਸਹੀ ਹੈ ਤੂੰ ਦੇ ਦੇ, ਥੋੜੀ ਦੇਰ ਮੈਂ ਉੱਥੇ ਰੁਕ ਜਾਵਾਂਗਾ। ਕਹਿੰਦਾ ਮੈਂ ਘਰਦਿਆਂ ਨੂੰ ਆਖਿਆ ਕਿ ਸਾਰੇ ਨਾ ਆਵਿਓ, ਨਿੱਕੇ ਭਰਾ ਨੂੰ ਆਖਿਆ ਤੂੰ ਆਵੀਂ ਨਾਲ, ਜਿਹੜਾ ਕਜ਼ਨ ਨੂੰ ਲੈ ਵੀ ਆਉਂਦਾ ਠੀਕ ਹੈ। ਕਹਿੰਦਾ ਵਿੱਚੋਂ ਦੇ ਘਰ ਦੇ ਪਰੇਸ਼ਾਨ ਹੋਏ ਕਿ ਅਸਾਂ ਲੈਣ ਆਉਣਾ ਸੀ। ਬਹਰਹਾਲ ਕਹਿੰਦਾ ਉਹ ਗੱਡੀ ਆਪਣੀ ਕਰਾ ਕੇ ਆਏ। ਕਹਿੰਦਾ ਜਿਸ ਵੇਲੇ ਉੱਥੇ 에ਅਰਪੋਰਟ ਤੇ ਆਏ ਤੇ ਕਹਿੰਦਾ ਅੱਗੇ ਜਿਹੜਾ ਇੱਕ ਪੈਂਟ ਸ਼ਰਟ ਵਾਲਾ ਮੁੰਡਾ ਇੰਜ ਲੱਗਦਾ ਸੀ, ਉਹਨੇ ਚਿਹਰੇ ਤੇ ਮੇਕਅਪ ਕੀਤੇ ਹੈ, ਐਬਰੋਜ਼ ਵਗੈਰਾ ਉਹਨੇ ਬਣਾਏ ਨੇ। ਕਹਿੰਦਾ ਮੈਂ ਤੇ ਪਹਿਲਾਂ ਉਹਨੂੰ ਪਛਾਣਿਆ ਹੀ ਨਹੀਂ, ਫਿਰ ਉਹਨੇ ਮੈਨੂੰ ਦੱਸਿਆ ਕਿ ਮੈਂ ਫਲਾਣੇ ਦਾ ਭਾਈ ਹਾਂ। ਕਹਿੰਦਾ ਫਿਰ ਉਹਨੂੰ ਕਲਾਵਾ ਮਾਰ ਕੇ ਮਿਲਿਆ, ਕਹਿੰਦਾ ਬਿਲਕੁਲ ਸੁੱਕਿਆ ਜਿਹਾ ਸੀ। ਕਹਿੰਦਾ ਅਗੂ ਮੇਰਾ ਭਾਈ ਤੇ ਨਾਲ ਕਜ਼ਨ ਸੀ। ਕਹਿੰਦਾ ਉਹਨੂੰ ਮਿਲ ਕੇ ਤੇ ਉਹਨੂੰ ਵੀ ਨਾਲ ਹੀ ਗੱਡੀ 'ਚ ਬਿਠਾਇਆ। ਕਹਿੰਦਾ ਉਹ ਰਕਸ਼ੇ ਤੇ ਆਏ ਅਸੀਂ। ਕਹਿੰਦਾ ਉਹਨੇ ਆਖਿਆ ਲੈ ਉਹ ਗੱਡੀ। ਕਹਿੰਦਾ ਮੈਂ ਤੇ ਇਹ ਸੋਚਿਆ ਕਿ ਰੋਡ ਦੇ ਨੇੜੇ ਉਹਨਾਂ ਦਾ ਘਰ ਹੋਣਾ ਹੈ। ਕਹਿੰਦਾ ਜਿਉਂ ਸਾਨੂੰ ਲੈ ਗਿਆ, ਕਹਿੰਦਾ ਪਹਿਲਾਂ ਤਾਂ ਅਸੀਂ ਗੱਡੀ ਢੇਰ ਫਰਾਈ। ਕਹਿੰਦਾ ਛੋਟੇ ਛੋਟੇ ਰੋਡ ਹੈ, ਉੱਥੇ ਗੱਡੀ ਨੇ ਢੇਰ ਟਾਈਮ ਲਾ ਦਿੱਤਾ। ਕਹਿੰਦਾ ਮੈਨੂੰ ਤੇ ਹਫਕੀ ਕਾਲੀ ਸੀ, ਮੈਂ ਫਟਾਫਟ ਆਪਣੇ ਘਰ ਜਾ। ਬਹਰਹਾਲ ਕਹਿੰਦਾ ਹੁਣ ਆਮੀ ਭਰ ਬੈਠਿਆ ਸਾਂ। ਕਹਿੰਦਾ ਜਿਸ ਵੇਲੇ ਗੱਡੀ ਉੱਥੇ ਪਹੁੰਚੀ ਹੈ, ਕਹਿੰਦਾ ਭਾਜੀ ਇੱਥੇ ਤੁਸੀਂ ਗੱਡੀ ਖਿਲਾ ਦਿਓ। ਕਹਿੰਦਾ ਇੱਕ ਸਾਈਡ ਤੇ ਉੱਥੇ ਗੱਡੀ ਖਿਲਾਈ। ਕਹਿੰਦਾ ਉਸ ਤੋਂ ਬਾਅਦ ਕਹਿੰਦਾ ਆ ਜਾਓ ਮੇਰੇ ਨਾਲ। ਕਹਿੰਦਾ ਉਹਨੇ ਜੂੰ ਗਲੀਆਂ ਹੀ ਸਾਨੂੰ ਫਰਾਣਾ ਸ਼ੁਰੂ ਕੀਤਾ। ਕਹਿੰਦਾ ਕਦੇ ਕਿਸੇ ਗਲੀ ਕਦੇ ਕਿਸੇ ਗਲੀ, ਕਹਿੰਦਾ ਸੋੜੀਆਂ ਗਲੀਆਂ ਸੀ। ਬਹਰਹਾਲ ਕਹਿੰਦਾ ਅਸੀਂ ਫਿਰ ਉਹਦੇ ਪਿੱਛੇ ਪਿੱਛੇ ਲੱਗੇ। ਕਹਿੰਦਾ ਵਿੱਚੋਂ ਮੈਂ ਅੱਕ ਗਿਆ ਸਾਂ, ਖੜਦਾ ਕਿੱਧਰ ਹੈ ਪਿਆ। ਕਹਿੰਦਾ ਉਹ ਆਪਣੇ ਘਰ ਲੈ ਕੇ ਗਿਆ। ਕਹਿੰਦਾ ਉਹਨਾਂ ਦੇ ਤੇ ਪਰਦਾ ਵੀ ਜਿਹੜਾ ਐ ਲੱਗਿਆ ਅੱਗੋਂ ਦਰਵਾਜ਼ਾ ਓਪਨ ਸੀ। ਕਹਿੰਦਾ ਅਸੀਂ ਅੰਦਰ ਗਏ ਤੇ ਉਹਦੀਆਂ ਭੈਣਾਂ ਸਾਰੇ ਘਰ ਦੇ ਜਿਹੜਾ ਬਿਲਕੁਲ ਸਾਡੇ ਸਾਹਮਣੇ ਆ ਕੇ ਬਹਿ ਰਹੇ, ਕੋਈ ਬੰਦਾ ਵੀ ਝਕਿਆ ਕੋਨਾ। ਕਹਿੰਦਾ ਉਹਨਾਂ ਸਾਹਮਣੇ ਸਾਡੇ ਚਾਹ ਸਾਨੂੰ ਪਿਲਾਈ ਤੇ ਅਗੂ ਕਹਿੰਦਾ ਨਹੀਂ ਭਾਜੀ ਤੁਹਾਨੂੰ ਮੈਂ ਮਨਾਰੇ ਪਾਕਿस्तान ਲੈ ਕੇ ਜਾਣਾ, ਬਾਦਸ਼ਾਹੀ ਮਸਜਿਦ ਤਕਾਣੀ। ਹੁੰਦਾ ਨਹੀਂ ਯਾਰ ਫੇਰ ਆਵਾਂਗਾ ਹੁਣ ਹੀ। ਉਹਨਾਂ ਕਿਹਾ ਨਹੀਂ ਮੈਂ ਤੁਹਾਨੂੰ ਹੁਣ ਹੀ ਤਕਾਣੀ ਹੈ। ਕਹਿੰਦਾ ਮੈਂ ਹਫਕੀ ਕਾਲੀ ਖਾ। ਮੈਂ ਕਿਹਾ ਨਹੀਂ ਯਾਰ ਨੈਕਸਟ ਟਾਈਮ। ਕਹਿੰਦਾ ਨਹੀਂ ਭਾਜੀ ਤੁਸੀਂ ਜਿਹੜਾ ਨਾ ਹੁਣ ਮੇਰੇ ਨਾਲ ਫਿਰ। ਉਹਨਾਂ ਕਿਹਾ ਚੱਲ ਛੱਡ ਇਹਨਾਂ ਗੱਲਾਂ ਨੂੰ, ਮੇਰੀ ਸ਼ਾਦੀ ਹੈ ਤੂੰ ਸ਼ਾਦੀ ਤੇ ਆਵੀਂ ਨਾ, ਤੇ ਉਸ ਤੋਂ ਬਾਅਦ ਜਿਹੜਾ ਅਸੀਂ ਇਕੱਠੇ ਇੱਥੇ ਆਵਾਂਗੇ ਆ ਕੇ ਫਿਰ। ਉਹਨਾਂ ਕਿਹਾ ਠੀਕ ਹੈ ਭਾਜੀ ਕਦੋਂ ਸ਼ਾਦੀ ਹੈ? ਕਹਿੰਦਾ ਮੈਂ ਦੱਸਿਆ ਫਲਾਣੀ ਤਰੀਕ ਸ਼ਾਦੀ ਹੈ ਤੇ ਤੁਸੀਂ ਸਾਰੀ ਫੈਮਿਲੀ ਨੇ ਆਉਣਾ। ਉਹਨਾਂ ਆਖਿਆ ਜੀ ਠੀਕ ਹੈ। ਕਹਿੰਦਾ ਉਹਨਾਂ ਦੇ ਘਰੋਂ ਸਿਰਫ ਮੈਂ ਚਾਹ ਪੀਤੀ ਸੀ। ਕਹਿੰਦਾ ਉਹ ਸਾਰੀ ਫੈਮਿਲੀ ਖੁਸ਼ ਹੋ ਗਈ ਕਿ ਅਸੀਂ ਤੇ ਜ਼ਰੂਰ ਆਵਾਂਗੇ, ਸਾਨੂੰ ਤੇ ਬੜਾ ਗਾਉਂ ਦੇਖਣ ਦਾ ਸ਼ੌਕ ਹੈ। ਕਹਿੰਦਾ ਬੜੇ ਖੁਸ਼ ਹੋ ਗਏ। ਕਹਿੰਦਾ ਅਸੀਂ ਫਿਰ ਝੱਟ ਬੈਠੇ। ਕਹਿੰਦਾ ਫਿਰ ਗਲੀਆਂ ਉਹਨਾਂ ਚੋਂ ਨਿਕਲੇ, ਪਿੱਛੋਂ ਕਾਲਾਂ ਤੇ ਕਾਲਾਂ ਪਈਆਂ ਹੁਣ ਤੁਸੀਂ ਕਿੱਥੇ ਰਹਿ ਗਏ ਹੋ? ਕਹਿੰਦਾ ਬਾਹਰੋਂ ਗੱਡੀ ਤੱਕ ਆਏ ਤੇ ਆ ਕੇ ਤੱਕਿਆ ਤੇ ਗੱਡੀ ਨੂੰ ਵੀ ਕੋਈ ਨਿਸ਼ਾਨ ਨਸ਼ੂਨ ਪਾ ਗਏ ਅਸੀਂ। ਬਹਰਹਾਲ ਕਹਿੰਦਾ ਉਹਦੇ ਤੇ ਗੱਡੀ ਤੇ ਅਸੀਂ ਵਾਪਸ ਆਏ। ਕਹਿੰਦਾ ਬਾਹਰ ਸ਼ਾਦੀ ਦੀਆਂ ਤਿਆਰੀਆਂ ਪੂਰੀਆਂ ਰੋਈ ਤੇ ਸੀ। ਕਹਿੰਦਾ ਇੱਕ ਦਿਨ ਪਹਿਲਾਂ ਹੀ ਲਾਹੌਰ ਵਾਲੀ ਫੈਮਿਲੀ ਜਿਹੜੀ ਹੈ ਉਹ ਸਾਡੇ ਘਰ ਆ ਗਈ। ਕਹਿੰਦਾ ਜੂੰ ਹੀ ਆਈ ਹੈ ਤੇ ਉਹ ਮੁੰਡਾ ਜਿਹੜਾ ਕਹਿੰਦਾ ਇੰਜ ਜਿਹੜਾ ਘਰਦਿਆਂ 'ਚ ਘੁਲਿਆ ਮਿਲਿਆ ਕਿ ਉਹਨੇ ਪਤਾ ਹੀ ਨਾ ਲੱਗਣ ਦਿੱਤਾ ਕੋਈ ਓਪਰਾ ਵੈ। ਕਹਿੰਦਾ ਮੈਂ ਤੇ ਆਪਣੀਆਂ ਸ਼ਾਦੀਆਂ 'ਚ ਮਸਰੂਫ ਅਜ਼ਾਰੀ ਗੱਲ ਤਿਆਰੀਆਂ ਕਰਨ ਲੱਗੇ ਸਾਂ। ਕਹਿੰਦਾ ਉਹ ਘਰਦਿਆਂ ਨਾਲ ਅੰਮਾਰਾਂ ਨਾਲ ਅੱਬੇਰਾਂ ਨਾਲ ਕਹਿੰਦਾ ਮੇਰੀਆਂ ਭੈਣਾਂ ਨਾਲ ਸਾਰਿਆਂ ਨਾਲ ਇਸ ਤਰ੍ਹਾਂ ਫਰੀ ਹੋਇਆ ਸੀ ਜਿਸ ਤਰ੍ਹਾਂ ਘਰ ਦਾ ਫਰਜ਼ ਹੈ। ਕਹਿੰਦਾ ਮੈਂ ਵੀ ਤਾਂ ਕਿ ਖੁਸ਼ ਹੋ ਗਿਆ, ਚਲੋ ਯਾਰ ਚੰਗੇ ਬੰਦੇ ਨੇ, ਘਰ ਦੇ ਵੀ ਬੜੀਆਂ ਤਾਰੀਫਾਂ ਪੇ ਕਰਦੇ ਸੀ। ਕਹਿੰਦਾ ਇਹ ਜਿਹੜਾ ਨਾ ਮੇਕਅਪ ਪਿੰਡ ਦੇ ਅਸੀਂ ਲੋਕ ਆ ਸਿੱਧੇ ਸਾਦੇ ਜੇ, ਉਹ ਤੇ ਉਹਨੇ ਮੇਕਅਪ ਸ਼ਾਪ ਕੀਤੇ, ਅਸੀਂ ਅੱਖਾਂ ਸ਼ੱਕਾਂ ਨੇ ਬਣਵਾਈਆਂ ਸੀ, ਇੰਜ ਪਤਾ ਨਹੀਂ ਸੀ ਲੱਗਦਾ ਕੁੜੀ ਹੈ ਜਾਂ ਮੁੰਡਾ ਹੈ। ਬਹਰਹਾਲ ਕਹਿੰਦਾ ਮੇਰੀ ਸ਼ਾਦੀ ਦੀ ਤਿਆਰੀ ਅਰੂਜ ਤੇ ਸੀ। ਕਹਿੰਦਾ ਅਗੂ ਚਲੇ ਮਹਿੰਦੀ ਸੀ, ਉਹ ਮਹਿੰਦੀ ਸਾਡੀ ਸੀ ਹੋਟਲ ਵਿੱਚ। ਕਹਿੰਦਾ ਕੁੜੀ ਵਾਲਿਆਂ ਨੂੰ ਨਾਲ ਹੀ ਬੁਲਾਇਆ ਸੀ। ਕਹਿੰਦਾ ਉੱਥੇ ਜਿਹੜਾ ਨਾ ਇਹ ਅੱਗੇ ਹੋ ਕੇ ਨਾ ਕੁੜੀ ਵਾਲਿਆਂ ਨਾਲ ਉਹਨਾਂ ਨਾਲ ਵੀ ਗੱਪਾਂ ਛੱਪਾਂ ਲਾਉਣ ਲੱਗ ਪਿਆ। ਅਸੀਂ ਲਾਦਾ ਸਾਂ ਉਹ ਲਾਦਾ ਸੀ, ਲੇਕਿਨ ਕਹਿੰਦਾ ਉਹਨਾਂ 'ਚ ਵੀ ਜਾ ਕੇ ਘੁਲ ਮਿਲ ਗਿਆ। ਕਹਿੰਦਾ ਉਸ ਤੋਂ ਬਾਅਦ ਜਿਹੜਾ ਨਾ ਥੋੜਾ ਬਹੁਤ ਭੰਗੜਾ ਪਾਣਾ ਮੁੜਿਆ ਸ਼ੁਰੂ ਕੀਤਾ ਮਹਿੰਦੀ ਤੇ। ਕਹਿੰਦਾ ਇਹ ਵੀ ਆ ਗਿਆ, ਆ ਕੇ ਡਾਂਸ ਕਰਨ ਲੱਗ ਪਿਆ। ਕਹਿੰਦਾ ਸਾਰੇ ਪਰਾਂ ਹੋ ਗਏ, ਇਹ ਬੜੇ ਸੋਹਣੇ ਠੁਮਕੇ ਪਿਆ ਮਾਰਦਾ ਸੀ, ਸਾਰਿਆਂ ਨੂੰ ਬੜੇ ਇਹਦੇ ਠੁਮਕੇ ਪਸੰਦ ਆਏ। ਕਹਿੰਦਾ ਉਹ ਸਾਰੇ ਤੱਕਣ ਲੱਗ ਪਏ ਦਿਲ। ਕਹਿੰਦਾ ਇਤਨੀ ਦੇਰ ਨੂੰ ਗਿਆ ਜਾ ਕੇ ਕਹਿੰਦਾ ਜਿਹੜੀ ਮੇਰੀ ਮੰਗੇਤਰ ਆਈ ਉਹਦਾ ਹੱਥ ਫੜ ਕੇ ਤੇ ਇੱਥੇ ਕੋਲ ਲੈਣ ਦੱਸ। ਕਹਿੰਦਾ ਪਹਿਲਾਂ ਤੇ ਉਹਦੇ ਨਾਲ ਆਪੂ ਡਾਂਸ ਕਰਦਾ ਰਿਹਾ, ਇਸ ਤਰ੍ਹਾਂ ਕਰਨ ਲੱਗ ਪਿਆ ਜਿਸ ਤਰ੍ਹਾਂ ਫਿਲਮਾਂ ਵਾਲੇ ਕਰਦੇ ਨੇ। ਕਹਿੰਦਾ ਪਰ ਉਹਨੇ
ਭੱਜ ਕੇ ਉਹਦੇ ਨਾਲ ਡਾਂਸ ਕੀਤਾ ਸੀ। ਸਾਰੇ ਤਾਕੇ ਬੜੇ ਪਰੇਸ਼ਾਨ ਹੋਣ ਲੱਗੇ ਸੀ, ਲੇਕਿਨ ਕਹਿੰਦਾ ਸਾਰੀਆਂ ਜਿਹੜੀਆਂ ਕੁੜੀਆਂ ਸੀ ਉਹ ਤਾੜੀਆਂ ਮਾਰਨ ਲੱਗੀਆਂ ਸੀ ਉਹਦੇ ਵੱਲੋਂ ਤਾਕ ਕੇ। ਕਹਿੰਦਾ ਉਹਨੇ ਫਿਰ ਮੇਰਾ ਹੱਥ ਫੜ ਕੇ ਮੈਨੂੰ ਵੀ ਠਾ ਲਿਆ ਤੇ ਮੈਨੂੰ ਵੀ ਨਾਲ ਭੰਗੜਾ ਪਵਾਉਣ ਦੀ ਕੋਸ਼ਿਸ਼ ਕੀਤੀ। ਕਹਿੰਦਾ ਮੈਂ ਤੇ ਇਤਨਾ ਅਣਚੱਕ ਹੈ ਨਹੀਂ ਸੀ। ਕਹਿੰਦਾ ਦੋ ਬਾਹਾਂ ਲਾਈਆਂ ਤੇ ਮੈਂ ਕਿਹਾ ਨਹੀਂ ਮੈਂ ਬਹਿਣ ਲਗਾ। ਕਹਿੰਦਾ ਪਰ ਉਹਨੇ ਡਾਂਟ ਡੂਸ ਕੀਤਾ। ਕਹਿੰਦਾ ਉਸ ਤੋਂ ਬਾਅਦ ਮਹਿੰਦੀ ਖਤਮ ਹੋਈ ਤੇ ਕਹਿੰਦਾ ਉਹ ਸਾਡੇ ਵੱਲ ਨਾ ਆਇਆ, ਦੁਲਹਨ ਵਾਲੀ ਸਾਈਡ ਤੇ ਟੁਰ ਗਿਆ। ਕਹਿੰਦਾ ਜੂੰ ਉਹਨਾਂ ਦੇ ਘਰ ਗਿਆ ਤੇ ਕਹਿੰਦਾ ਜਾ ਕੇ ਉਹਨਾਂ ਨਾਲ ਐਸਾ ਘੁਲਿਆ ਮਿਲਿਆ, ਸਾਨੂੰ ਪਤਾ ਹੀ ਕੋਨਾ, ਨਾ ਹੀ ਅਸਾਂ ਪੁੱਛਿਆ ਕਿ ਗਿਆ ਕਿੱਧਰ ਹੈ। ਕਹਿੰਦਾ ਰਾਤ ਉਹਨਾਂ ਦੇ ਘਰ ਰਿਹਾ, ਉਹਨਾਂ ਨੇ ਜਿਹੜਾ ਬੜਾ ਇਹਨੂੰ ਕਲਾਵੇ ਸ਼ਾਵੇ ਮਾਰੇ, ਪੂਰੀ ਰਾਤ ਇੰਜੋਇਮੈਂਟ ਕੀਤੀ ਉਸ। ਕਹਿੰਦਾ ਅੱਗੂ ਸੁਬਹ ਸੀ ਬਰਾਤ। ਕਹਿੰਦਾ ਜਿਸ ਵੇਲੇ ਬਰਾਤ ਜਾਣੀ ਸੀ, ਕਹਿੰਦਾ ਮੈਂ ਕਿਹਾ ਕਿੱਧਰ ਗਿਆ, ਉਹਨਾਂ ਕਿਹਾ ਉਹ ਤੇ ਵਾਪਸ ਹੀ ਕੋਈ ਨਹੀਂ ਆਇਆ ਉਧਰੋਂ। ਕਹਿੰਦਾ ਇਹ ਚੰਗੀ ਗੱਲ ਆ, ਉਹ ਤੇ ਸਾਡੇ ਘਰ ਦਾ, ਉਹਦੀਆਂ ਭੈਣਾਂ ਉਹਦੀ ਅੰਮਾ ਸਾਡੇ ਘਰ, ਕਹਿੰਦਾ ਉਹ ਖਾਣ ਪੀਣ ਲੱਗੇ ਆ ਪੂਰਾ। ਕਹਿੰਦਾ ਉਹਨੂੰ ਜਾਓ ਬੁਲਾਓ ਉਹਨੂੰ ਕਿ ਇਧਰੋਂ ਬਰਾਤ ਵਾਲੋਂ ਨਹੀਂ ਜਾਣਾ। ਕਹਿੰਦਾ ਫਿਰ ਉਹਨੂੰ ਬੁਲਾ ਕੇ ਲਿਆਂਦਾ। ਕਹਿੰਦਾ ਬੁਲਾ ਕੇ ਜਿਸ ਵੇਲੇ ਆਇਆ ਫਿਰ ਵੀ ਅੱਗੇ ਗਏ ਡਾਂਸ ਕਰਦਾ ਜਾਏ, ਸਾਰੇ ਤਾੜੀਆਂ ਮਾਰੋ। ਉਹਨਾਂ ਕਿਹਾ ਬੜਾ ਹੀ ਡਾਂਸਰ ਮੁੰਡਾ, ਇੰਜ ਲੱਗਦਾ ਕਿ ਉਹ ਫਿਲਮ ਵਾਲਾ ਹੈ। ਬਹਰਹਾਲ ਕਹਿੰਦਾ ਫਿਰ ਕੁੜੀ ਵਾਲਿਆਂ ਦੇ ਘਰ ਗਏ ਆ। ਕਹਿੰਦਾ ਉੱਥੇ ਵੀ ਜਾ ਕੇ ਮੇਰੇ ਨਾਲ ਸੋਫੇ ਤੇ ਬਿਠਾਇਆ ਨੇ, ਇਹ ਨਾਲ ਹੀ ਬੈਠੇ ਆ ਤੇ ਕਹਿੰਦਾ ਪੂਰੀਆਂ ਗੱਪਾਂ ਛੱਪਾਂ ਲਾਏ ਤੇ ਵੋਟੀ ਮੇਰੀ ਕਹਿੰਦਾ ਇੰਜ ਲੱਗਦਾ ਸੀ ਕਿ ਇਹਨੂੰ ਪਹਿਲਾਂ ਹੀ ਜਾਣਦੀ ਹੈ। ਕਹਿੰਦਾ ਅੰਦਰ ਮੇਕਅਪ ਵਾਸਤੇ ਸੀ ਤਾਂ ਵੀ ਇਹ ਅੰਦਰ ਵੜਿਆ ਸੀ। ਕਹਿੰਦਾ ਬੜਾ ਗੱਪ ਛੱਪ ਹੁੰਦੀ ਰਹੀ ਤੇ ਕਹਿੰਦਾ ਮੈਂ ਜਿਹੜਾ ਇਸ ਗੱਲ ਦੀ ਮੈਨੂੰ ਖਬਰ ਨਹੀਂ ਸੀ ਕਿ ਅੰਦਰੋਂ ਅੰਦਰ ਕੀ ਗੱਲ ਚੱਲ ਰਹੀ ਹੈ। ਬਹਰਹਾਲ ਕਹਿੰਦਾ ਜਿਸ ਵੇਲੇ ਦੁਲਹਨ ਨੂੰ ਲੈ ਕੇ ਘਰ ਆਏ ਆ, ਕਹਿੰਦਾ ਸਾਰੀ ਫੈਮਿਲੀ ਜਿਹੜੀ ਹੈ ਅੱਗੇ ਪਿੱਛੇ ਹੋਈ ਸੀ। ਕਹਿੰਦਾ ਇਹ ਦੁਲਹਨ ਦੇ ਅੱਗੇ ਪਿੱਛੇ ਮੈਨੂੰ ਨਹੀਂ ਸੀ ਪਤਾ ਕਿ ਉਹਦੇ ਨਾਲ ਅੱਖਾਂ ਮਿਲਾਉਣ ਲੱਗੇ ਹੈ ਜਾਂ ਉਹਦੇ ਨਾਲ ਸੈਟਿੰਗ ਕਰ ਰਿਹਾ ਹੈ। ਕਹਿੰਦਾ ਬਹਰਹਾਲ ਨਾ ਉਹਨੇ ਆਪਣੀ ਸੈਟਿੰਗ ਜਿਹੜੀ ਹੈ ਨਾ ਉਹ ਪੂਰੀ ਉਹਦੇ ਨਾਲ ਕਰ ਲਈ ਸੀ। ਕਹਿੰਦਾ ਉਹ ਐਸ ਤਰ੍ਹਾਂ ਹੋਇਆ ਕਿ ਜਿਉਂ ਹੀ ਉਹ ਕਮਰੇ 'ਚ ਗਈ ਹੈ, ਕਹਿੰਦਾ ਇਹ ਵੀ ਜਿਹੜਾ ਚੁੱਪ ਕਰਕੇ ਜਿਹੜਾ ਨਾ ਉਹ ਕਮਰੇ ਵੱਲ ਟੁਰ ਗਿਆ। ਕਹਿੰਦਾ ਕਿਸੇ ਬੰਦੇ ਨੇ ਤੱਕਿਆ ਵੀ ਹੈ ਕਿ ਕਮਰੇ 'ਚ ਵੜਿਆ, ਲੇਕਿਨ ਕਿਸੇ ਨੇ ਇਸ ਗੱਲ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ, ਉਹਨਾਂ ਇਗਨੋਰ ਕਰ ਦਿੱਤਾ। ਬਹਰਹਾਲ ਕਹਿੰਦਾ ਉਸ ਤੋਂ ਬਾਅਦ ਜਿਸ ਵੇਲੇ ਮੇਰਾ ਟਾਈਮ ਆਇਆ, ਕਹਿੰਦਾ ਮੈਂ ਜਿਸ ਵੇਲੇ ਕਮਰੇ 'ਚ ਗਿਆ ਤੇ ਜਾ ਕੇ ਤੱਕਿਆ ਕਮਰਾ ਤੇ ਮੇਰਾ ਖਾਲੀ ਪਿਆ। ਕਹਿੰਦਾ ਮੈਂ ਆਖਿਆ ਗਈ ਕਿੱਧਰ ਹੈ। ਕਹਿੰਦਾ ਮੈਂ ਅਮਾਰਾ ਪੁੱਛਿਆ, ਨਾ ਆਖਿਆ ਪੁੱਤਰ ਕਮਰੇ ਵਿੱਚ ਹੀ ਹੈ, ਕਮਰੇ 'ਤੇ ਕੋਈ ਨਹੀਂ ਹੈ। ਕਹਿੰਦਾ ਕੋ ਸਾਰਿਆਂ ਤੱਕਿਆ ਅੱਗੇ ਪਿੱਛੇ ਢੂੰਡਣ ਲੱਗ ਪਏ, ਨਜ਼ਰ ਕੋ ਨਾ ਆਈ। ਕਹਿੰਦਾ ਅਸੀਂ ਇਹ ਤਾਂ ਸੋਚਿਆ ਹੀ ਨਹੀਂ ਕਿ ਲੋਰੀਆ ਕਿੱਧਰ ਗਿਆ, ਉਹ ਕਿੱਥੇ ਹੈ। ਕਹਿੰਦਾ ਉਹਦੇ ਮਾਂ ਪਿਓ ਸਾਰੇ ਇੱਥੇ ਸੀ ਲੇਕਿਨ ਉਹ ਕੋਈ ਨਹੀਂ ਸੀ ਹੈ। ਕਹਿੰਦਾ ਅਗੂ ਸਾਰੇ ਅੱਗੇ ਪਿੱਛੇ ਢੂੰਡਣ ਲੱਗ ਪਏ, ਕੋਈ ਸਮਝ ਨਾ ਆਵੇ। ਕਹਿੰਦਾ ਉਹਨਾਂ ਆਖਿਆ ਉਹ ਕੁੜੀ ਵਾਲਿਆਂ ਦੇ ਘਰੋਂ ਪੁੱਛੋ, ਹੋ ਸਕਦਾ ਉੱਥੇ ਹੀ ਨਾ ਨਸ ਗਈ ਹੋਵੇ। ਕਹਿੰਦਾ ਉਹਨਾਂ ਕੋਲ ਪੁੱਛੋ, ਨਾ ਕਿਹਾ ਸਾਨੂੰ ਤੇ ਕੋਈ ਖਬਰ ਹੀ ਕੋਈ ਨਹੀਂ, ਸਾਡੀ ਕੁੜੀ ਕੀਤੀ ਕਿੱਧਰ ਜੇ। ਕਹਿੰਦਾ ਅਗੂ ਮੇਰੇ ਘਰ ਦੇ ਵੱਖਰੇ ਪਰੇਸ਼ਾਨ, ਉਹਨਾਂ ਨੂੰ ਤੇ ਅਸਾਂ ਇਤਨਾ ਜ਼ੇਵਰ ਪਾਏ ਹੈ, ਇਤਨਾ ਜਿਹੜਾ ਅਸੀਂ ਤਕਰੀਬਨ 1.5 ਕਰੋੜ ਦੇ ਨੇੜੇ ਤੇ ਅਸੀਂ ਗਏ ਆ। ਕਹਿੰਦਾ ਮੈਂ ਕਿਹਾ ਸਬਰ ਕਰੋ, ਇਹ ਤੇ ਇੱਜ਼ਤ ਦਾ ਮਸਲਾ ਬਣ ਗਿਆ, ਤੁਹਾਨੂੰ ਜ਼ੇਵਰ। ਉਹਨਾਂ ਕਿਹਾ ਨਾ ਪੁੱਤਰ ਜ਼ੇਵਰ ਅਸਾਂ ਢੇਰ ਪਾਇਆ, ਕੁੜੀ ਜ਼ੇਵਰ ਲੈ ਕੇ ਨਸ ਗਈ ਹੈ। ਕਹਿੰਦਾ ਲੋਰੀਏ ਵਾਲ ਤੇ ਕਿਸੇ ਦਾ ਦਿਮਾਗ ਹੀ ਨਾ ਜਾਏ ਕਿ ਇਹ ਵੀ ਬੰਦਾ ਐਡੀ ਵੱਡੀ ਗੇਮ ਪਾ ਸਕਦਾ ਹੈ। ਬਹਰਹਾਲ ਕਹਿੰਦਾ ਜਿਉਂ ਅਸੀਂ ਨਿਕਲੇ ਢੂੰਡਣ ਲੱਗੇ, ਕਹਿੰਦਾ ਕੋਈ ਸਮਝ ਨਾ ਆਵੇ, ਕੋਈ ਆਖੇ ਜੀ ਥਾਣੇ ਰਿਪੋਰਟ ਕਰਾਓ। ਕਹਿੰਦਾ ਇੱਕ ਮੁੰਡਾ ਲੱਭਾ, ਉਹਨੇ ਆਖਿਆ ਜੀ ਮੈਂ ਉਹਨੂੰ ਤੱਕਿਆ ਇਸ ਤਰ੍ਹਾਂ ਜਿਹੜਾ ਤੁਹਾਡਾ ਲੋਰੂ ਆਇਆ ਉਹਦੇ ਨਾਲ ਜਾਂਦਿਆਂ ਤੱਕਿਆ। ਕਹਿੰਦਾ ਜਿਸ ਵੇਲੇ ਉਹਨੇ ਇਹ ਗੱਲ ਕੀਤੀ ਨਾ, ਕਹਿੰਦਾ ਅਸਾਂ ਲੋਰੀਏ ਨੂੰ ਢੂੰਡਣਾ ਸ਼ੁਰੂ ਕਰ ਦਿੱਤਾ, ਉਹ ਕਿੱਧਰ ਗਿਆ। ਕਹਿੰਦਾ ਉਹ ਕੋ ਨਾ ਲੱਭੇ। ਕਹਿੰਦਾ ਉਹਦੇ ਭਰਾ ਨੂੰ ਫਿਰ ਮੈਂ ਤੇ ਬਾਹਰ ਕਾਲ ਕੀਤੀ ਕਿ ਇਸ ਤਰ੍ਹਾਂ ਉਹ ਨਹੀਂ ਲੱਭ ਰਿਹਾ, ਉਹ ਜਿਹੜਾ ਇਹ ਕੰਮ ਪਾ ਗਿਆ। ਉਹਨੇ ਆਖਿਆ ਯਾਰ ਇਹ ਗੰਦਾ ਕੰਮ ਕੀਤਾ, ਅਗਰ ਉਹਨੇ ਕੀਤਾ ਤੇ ਮੈਂ ਕਾਲ ਕਰਨਾ। ਕਹਿੰਦਾ ਉਹਦੀ ਵੀ ਕਾਲ ਕੋ ਨਾ ਮਿਲੇ, ਉਹਨੇ ਫੋਨ ਆਪਣਾ ਬੰਦ ਕਰ ਦਿੱਤੇ ਆ। ਕਹਿੰਦਾ ਪਰ ਅਸੀਂ ਢੂੰਡ ਕੇ ਕਹਿੰਦਾ ਰਾਤ ਇਸੇ ਤਰ੍ਹਾਂ ਮੇਰੀ ਲੰਘ ਗਈ, ਜਿਹੜੀ ਮੇਰੀ ਪਹਿਲੀ ਰਾਤ ਹੋਣੀ ਸੀ। ਕਹਿੰਦਾ ਕੋ ਨਾ ਲੱਭਾ ਲੋਰੀਆ ਸਾਨੂੰ। ਕਹਿੰਦਾ ਅਗੂ ਘਰ ਦੇ ਕਹਿੰਦੇ ਜਾ ਕੇ ਪਰਚਾ ਕਰਾਈਏ। ਕਹਿੰਦਾ ਜਿਸ ਵੇਲੇ ਜਾ ਕੇ ਅਸਾਂ ਪਰਚਾ ਕਟਾਇਆ ਤੇ ਕਹਿੰਦਾ ਪਰਚਾ ਕਟਾ ਕੇ ਅਸੀਂ ਜਿਹੜਾ ਨਾ ਅਗੂ ਅੱਗੇ ਪਿੱਛੇ ਢੂੰਡਣ ਲੱਗ ਪਏ। ਪੁਲਿਸ ਵਾਲਿਆਂ ਨੇ ਨਾ ਫਿਕਰ ਕਰੋ ਇਹ ਲੱਭ ਜਾਏਗਾ। ਕਹਿੰਦਾ ਉਹਦੇ ਮਾਪਿਓ ਕੋਲ ਵੀ ਪੁੱਛਿਓ ਨੇ, ਉਹਨਾਂ ਆਖਿਆ ਜੀ ਸਾਨੂੰ ਤੇ ਕੋਈ ਖਬਰ ਨਹੀਂ, ਇੰਜ ਨਹੀਂ ਹੋ ਸਕਦਾ ਸਾਡਾ ਮੁੰਡਾ ਲੈ ਕੇ ਟੁਰ ਗਿਆ ਹੋਵੇ। ਬਹਰਹਾਲ ਕਹਿੰਦਾ ਉੱਥੋਂ ਫਿਰ ਕੋ ਨਾ ਲੱਭੀ। ਕਹਿੰਦਾ ਜਿਸ ਵੇਲੇ ਸ਼ਾਮ ਦਾ ਟਾਈਮ ਹੋਇਆ, ਕਹਿੰਦਾ ਵਲੀਮੇ ਤੇ ਕਿਸੇ ਨੂੰ ਹੋਸ਼ ਕੋ ਨਹੀਂ ਸੀ। ਕਹਿੰਦਾ ਜਿਹੜੀ ਮੇਰੀ ਦੁਲਹਨ ਹੈ ਨਾ ਉਹ ਘਰ ਪਹੁੰਚ ਆਈ। ਕਹਿੰਦਾ ਜਿਉਂ ਹੀ ਘਰ ਪਹੁੰਚੇ ਸਾਰੇ ਤਾਕੇ ਹੱਕੇ ਬੱਕੇ ਰਹਿ ਗਏ, ਉਸ ਤਰ੍ਹਾਂ ਹੀ ਤਿਆਰ ਬਿਲਕੁਲ ਉਹੀ ਜ਼ੇਵਰ ਸ਼ੇਵਰ ਆਰ ਚੀਜ਼ ਪਾਈ ਉਹਨੇ। ਕਹਿੰਦੇ ਇੰਜ ਲੱਗਦਾ ਸੀ ਕਿ ਇਹਨੂੰ ਕਿਸੇ ਨੇ ਟੱਚ ਹੀ ਨਹੀਂ ਕੀਤਾ। ਬਹਰਹਾਲ ਕਹਿੰਦਾ ਉਹ ਸਾਰੇ ਪੁੱਛਣ ਲੱਗ ਪਏ ਕਿਤੇ। ਉਹਨੇ ਆਖਿਆ ਜੀ ਇਸ ਤਰ੍ਹਾਂ ਮੈਨੂੰ ਪਤਾ ਨਹੀਂ ਲੱਗਾ, ਮੈਨੂੰ ਕੋਈ 2 ਬੰਦੇ ਚੁੱਕ ਕੇ ਲੈ ਗਏ। ਉਹਨਾਂ ਆਖਿਆ 2 ਬੰਦੇ ਕਿੱਥੋਂ ਚੁੱਕ ਕੇ ਲੈ ਗਏ ਨੇ, ਉਹ ਲੋਰੀਆ ਮੁੰਡਾ ਕਿੱਧਰ ਗਿਆ। ਉਹਨਾਂ ਆਖਿਆ ਉਹਦਾ ਮੈਨੂੰ ਕੋਈ, ਉਹਨਾਂ ਆਖਿਆ ਨਾ ਉਹਦੇ ਨਾਲ ਤੂੰ ਗਈ ਹੈ, ਉਹ ਗਿਆ ਕਿੱਧਰ ਹੈ। ਕਹਿੰਦਾ ਉਹਨੂੰ ਸਮਝ ਆ ਗਈ, ਉਹ ਤੂੰ ਫਰਾਰ ਹੋ ਗਿਆ। ਕਹਿੰਦਾ ਅੱਗੂ ਜਿਸ ਵੇਲੇ ਪੁਲਿਸ ਆਈ, ਪੁਲਿਸ ਨੇ ਜ਼ਾਰੀ ਗੱਲ ਆ ਕਹਿੰਦਾ ਅਸਾਂ ਰਿਪੋਰਟ ਕਰਾਈ ਸੀ। ਕਹਿੰਦਾ ਪੁਲਿਸ ਕੋਲ ਜਿਸ ਵੇਲੇ ਗਈ ਦੁਲਹਨ, ਉਹਨੂੰ ਜਾ ਕੇ ਪੁੱਛੂ ਨੇ ਆ ਵੀ ਦੱਸ ਕੀ ਮਸਲਾ ਬਣਿਆ। ਕਹਿੰਦੀ ਨਹੀਂ ਕੋਈ ਮਸਲਾ ਨਹੀਂ ਬਣਿਆ ਹੈ, ਵੀ ਇਸ ਤਰ੍ਹਾਂ 2 ਬੰਦੇ ਆਏ ਸੀ, ਪਹਿਲਾਂ ਮੈਨੂੰ ਕੋਸ਼ਿਸ਼ ਕੀਤੀ ਨੇ ਲੁੱਟਣ ਦੀ, ਫਿਰ ਮੈਨੂੰ ਛੱਡ ਦਿੱਤਾ ਨੇ, ਮੈਂ ਤਾਂ ਉਸ ਤਰ੍ਹਾਂ ਹੀ ਤਿਆਰ ਹਾਂ। ਉਹਨੇ ਆਖਿਆ ਨਹੀਂ ਕੋਈ ਨਾ ਕੋਈ ਗੱਲ ਹੈ ਵੈ। ਕਹਿੰਦਾ ਜਿਸ ਵੇਲੇ ਉਹ ਪੁਲਿਸ ਵਾਲੀਆਂ ਜ਼ਨਾਨੀਆਂ ਨੇ ਪੁੱਛਿਆ ਨਾ ਕਿ ਸੱਚੀ ਸੱਚੀ ਦੱਸ ਬੀਬੀ ਗੱਲ ਕੀ ਹੈ, ਉਹਨੇ ਦੱਸਿਆ ਕਿ ਇਸ ਤਰ੍ਹਾਂ ਜਿਹੜਾ ਨਾ ਮੈਂ ਲੋਰੀਏ ਨਾਲ ਨੱਸੀ ਸਾਂ ਘਰੋਂ, ਉਹ ਮੈਨੂੰ ਇਹ ਕਹਿ ਕੇ ਨੱਸਿਆ ਸੀ ਕਿ ਅਸੀਂ ਜਾ ਕੇ ਆਪੂ ਸ਼ਾਦੀ ਕਰ
ਲਾਂਗੇ, ਦੁਬਾਰਾ ਤੂੰ ਮੇਰੇ ਨਾਲ ਟੁਰ ਚੱਲ। ਤੇ ਮੈਨੂੰ ਉਹ ਬੜਾ ਪਸੰਦ ਆ ਗਿਆ ਸੀ। ਉਹ ਮੈਨੂੰ ਲਿਆ ਕੇ ਤੇ ਇੱਥੇ ਫਲਾਣੀ ਜਗ੍ਹਾ ਤੇ ਉਹਨੇ ਜਿਹੜਾ ਰਾਤ ਮੇਰੇ ਨਾਲ ਗੁਜ਼ਾਰੀ ਹੈ। ਅੱਗੂ ਜਿਹੜਾ ਦਿਹਾੜੀ ਜਿਹੜਾ ਨਾ 12 ਵਜੇ ਉਹਨੇ ਆਖਿਆ ਕਿ ਮੈਂ ਚੱਲਾਂ ਤੇ ਤੂੰ ਵਾਪਸ ਟੁਰ ਜਾ। ਮੈਂ ਉਹਨੂੰ ਆਖਿਆ ਕਿ ਮੈਂ ਘਰੋਂ ਨਾਸ ਆਈ ਹਾਂ, ਮੇਰੀ ਕਿਸ ਤਰ੍ਹਾਂ ਇੱਜ਼ਤ ਰਵੇਗੀ। ਉਹਨੇ ਆਖਿਆ ਨਹੀਂ ਤੂੰ ਵਾਪਸ ਟੁਰ ਜਾ। ਕਹਿੰਦਾ ਉਹ ਜਿਹੜਾ ਉਹ ਤੂੰ ਬੱਸ ਤੇ ਬਹਿ ਕੇ ਟੁਰ ਗਿਆ ਤੇ ਮੈਂ ਫਿਰ ਚੁੱਪ ਕਰਕੇ ਘਰ ਆ ਗਈ। ਕਹਿੰਦਾ ਜਿਸ ਵੇਲੇ ਮੈਨੂੰ ਪਤਾ ਲੱਗਾ ਕਿ ਲੋਰੀਆ ਜਿਹੜਾ ਇਹਦੇ ਨਾਲ ਗੇਮ ਪਾ ਗਈ ਹੈ ਤੇ ਮੈਂ ਉਹਨੂੰ ਰੱਖ ਕੇ ਕੀ ਕਰਨਾ। ਕਹਿੰਦਾ ਘਰਦਿਆਂ ਨੂੰ ਪਤਾ ਲੱਗਾ। ਉਹਨਾਂ ਆਖਿਆ ਨਾ ਪੁੱਤਰ ਹੁਣ ਗੱਲ ਨੂੰ ਦੱਬ ਜਾ। ਉਹਨੇ ਆਖਿਆ ਦੱਬਣ ਦੁੱਬਣ ਵਾਲੀ ਗੱਲ ਕੋਈ ਨਹੀਂ, ਹੁਣ ਘਰ ਆਈ ਜੇ ਤੇ ਇਹਦੇ ਕੋਲ ਜ਼ੇਵਰ ਲਵਾਓ ਤੇ ਇਹਨੂੰ ਕੱਢਣ ਵਾਲੀ ਗੱਲ ਕਰੋ। ਕਹਿੰਦਾ ਘਰ ਦੇ ਪਹਿਲਾਂ ਤੇ ਮੰਨਦੇ ਹੀ ਕੌਣ ਸੀ। ਕਹਿੰਦਾ ਮੈਂ ਕਿਹਾ ਮੈਂ ਜਿਹੜਾ ਨਾ ਪਰਤ ਕੇ ਵਾਪਸ ਆਉਣਾ ਹੀ ਕੋਈ ਨਹੀਂ ਹੈ, ਮੇਰੀ ਗੱਲ ਯਾਦ ਰੱਖ ਲਓ। ਜੇ ਤੇ ਤੁਸੀਂ ਇਹਨੂੰ ਰਹਿਣਾ ਤੇ ਫਿਰ ਸਮਝੋ ਕਿ ਪੁੱਤਰ ਨੂੰ ਭੁੱਲ ਜਾਓ। ਉਹਨਾਂ ਕਿਹਾ ਲਾ ਪੁੱਤਰ ਸਬਰ ਕਰ ਜਾ। ਉਹਨਾਂ ਜਨਾਬ ਜ਼ੇਵਰ ਸ਼ੇਵਰ ਲਵਾਇਆ ਸਾਰਾ। ਉਹਨਾਂ ਹੱਥ ਬੰਨੇ। ਉਹਨੇ ਕਿਹਾ ਕੁੜੀਏ ਇੱਥੋਂ ਨਿਕਲਦੀ ਹੋ, ਸਾਡਾ ਤੇਰਾ ਗੁਜ਼ਾਰਾ ਨਹੀਂ ਹੈ, ਤੂੰ ਜਿਹੜਾ ਨਾ ਜਾ ਕੇ ਲੋਰੀਏ ਨਾਲ ਹੀ ਹੁਣ ਵਿਆਹ ਕਰ। ਕਹਿੰਦਾ ਉਹਨੂੰ ਮੈਂ ਤਲਾਕ ਦਿੱਤੀ। ਬਹਰਹਾਲ ਕਹਿੰਦਾ ਫਿਰ ਉੱਥੇ ਜਿਸ ਮੈਂ ਪਾਕਿਸਤਾਨ ਹੀ ਸਾਂ ਫਿਰ ਜਿਹੜਾ ਕਹਿੰਦਾ ਮੈਨੂੰ ਨਵਾਂ ਰਿਸ਼ਤਾ ਲੱਭ ਗਿਆ। ਕਹਿੰਦਾ ਮੈਂ ਮੰਗਣੀ ਕਰਕੇ ਆ ਗਿਆ ਸਾਂ, ਲੇਕਿਨ ਕਹਿੰਦਾ ਮੈਨੂੰ ਇਹ ਯਕੀਨ ਹੋ ਗਿਆ ਕਿ ਮੈਂ ਓਪਰੇ ਬੰਦੇ ਨੂੰ ਘਰ 'ਚ ਵਾੜਿਆ। ਕਹਿੰਦਾ ਮੈਨੂੰ ਪਤਾ ਲੱਗ ਗਿਆ ਕਿ ਲੋਰੀਏ ਨੇ ਮੇਰੇ ਨਾਲ ਕੀ ਗੇਮ ਪਾਈ ਹੈ। ਲੇਕਿਨ ਕਹਿੰਦਾ ਇਹਤਿਆਤ ਕਰਨੀ ਚਾਹੀਦੀ ਹੈ, ਕਿਉਂਕਿ ਜਿਤਨਾ ਮਰਜ਼ੀ ਤੁਹਾਡਾ ਦੋਸਤ ਹੋਵੇ ਕੋਸ਼ਿਸ਼ ਕਰੋ ਆਪਣੀ ਫੈਮਿਲੀ ਤੋਂ ਥੋੜ੍ਹਾ ਜਿਹਾ ਦੂਰ ਰੱਖੋ। ਜ਼ਿਆਦਾ ਘੁਲ ਮਿਲ ਜਿਹੜਾ ਨਾ ਉਹ ਮਸਲਾ ਖਰਾਬ ਹੁੰਦਾ। ਕੋਈ ਨਸਲੀ ਦੋਸਤ ਹੁੰਦੇ ਨੇ ਜਿਹੜਾ ਥੋੜ੍ਹਾ ਨਾਲ ਹੁੰਦੇ, ਬਾਕੀਆਂ ਤੋਂ ਇਹਤਿਆਤ ਕਰਨੀ ਚਾਹੀਦੀ ਹੈ। ਬਾਕੀ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਤਾਂ ਕੋਸ਼ਿਸ਼ ਕਰਿਆ ਕਰੋ ਯਾਰ, ਲਾਈਕ ਕਰ ਦਿਆ ਕਰੋ, ਕਮੈਂਟਸ ਕਰਦੇ ਹੋ ਤੇ ਦਿਲ ਖੁਸ਼ ਹੁੰਦਾ, ਸਬਸਕ੍ਰਾਈਬ ਕਰੋ ਤੇ ਹੋਰ ਦਿਲ ਖੁਸ਼ ਹੁੰਦਾ। ਬਾਕੀ ਆਪਣੀ ਸਿਹਤ ਦਾ ਜਿਹੜਾ ਉਹ ਖਿਆਲ ਰੱਖਿਆ ਕਰੋ।